ਪੁੱਛੈ ਕੇ ਕਹਿੰਦੇ ਨਾਮ ਬਣਾਉਣ ਵਿੱਚ ਹੀ ਲੱਗਿਆ ਰਿਹਾ, ਪਰਮਾਤਮਾ ਦਾ ਚੇਤਾ ਨਹੀਂ ਆਇਆ। ਭਲਿਆ ਕਦੇ ਤੂੰ ਸੋਚਿਆ ਹੀ ਨਹੀਂ ਕਿ ਇਦੋਂ ਉੱਪਰ ਵੀ ਕੁਝ ਹੋਰ ਹੈ, ਇਦੋਂ ਉੱਤੇ ਵੀ ਮੇਰੇ ਲਈ ਇੱਕ ਦੁਨੀਆ ਹੈ। ਤਕਰੀਬਨ ਪਰਮਾਤਮਾ ਦਾ ਨਾਮ ਸਭ ਕੁਝ ਹੈ, ਪਰਮਾਤਮਾ ਹੀ ਸਾਰੇ ਜਗਤ ਨੂੰ ਚਲਾਉਣ ਵਾਲਾ ਹੈ। ਉਹਦੇ ਤੱਕ ਪਹੁੰਚਣ ਦੀ ਕਦੇ ਤੂੰ ਕੋਸ਼ਿਸ਼ ਹੀ ਨਹੀਂ ਕੀਤੀ, ਉਹਦੇ ਤੱਕ ਪਹੁੰਚਣ ਦੇ ਲਈ ਕਦੇ ਤੂੰ ਪਹੁੰਚ ਹੀ ਨਹੀਂ ਕੀਤੀ। ਜੇ ਤਿਸ ਨਦਰ ਨਾ ਆਵਈ, ਕਹਿੰਦੇ ਤੈਨੂੰ ਕੁਝ ਨਜ਼ਰ ਨਹੀਂ ਆਇਆ, ਕੁਝ ਨਹੀਂ ਦਿਖਿਆ, ਆਪਣੇ ਮਦ ਮਸਤ ਨਸ਼ੇ ਵਿੱਚ ਹੀ ਚੂਰ ਹੋ ਕੇ ਫਿਰਦਾ ਰਿਹਾ। ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕਿ ਤੂੰ ਕਿਸੇ ਦੀ ਬਾਤ ਨਹੀਂ ਪੁੱਛੀ, ਤੂੰ ਪਰਮਾਤਮਾ ਨੂੰ ਲਾਂਭਾ ਨਹੀਂ ਦੇ ਸਕਦਾ ਕਿ ਹੁਣ ਮੈਨੂੰ ਕੋਈ ਪੁੱਛਦਾ ਨਹੀਂ ਹੈ। ਤੂੰ ਪਰਮਾਤਮਾ ਨੂੰ ਉਲਾਂਭਾ ਦੇਣ ਦੇ ਸਮਰੱਥ ਨਹੀਂ ਹੋਇਆ। ਇੰਨੀ ਤੇਰੇ ਵਿੱਚ ਪਾਵਰ ਨਹੀਂ, ਇੰਨੀ ਤੇਰੇ ਵਿੱਚ ਸਮਰੱਥਾ ਨਹੀਂ ਕਿ ਤੂੰ ਪਰਮਾਤਮਾ ਨੂੰ ਕਹਿ ਸਕੇ, ਤੂੰ ਰੱਬ ਨੂੰ ਉਲਾਂਭਾ ਦੇ ਸਕੇ। ਜੇ ਆਪਾਂ ਉਲਾਂਭੇ ਦੀ ਗੱਲ ਕਰੀਏ ਤੇ ਉਲਾਂਭੇ ਦੀ ਗੱਲ ਮਾਛੀਵਾੜੇ ਦੇ ਜੰਗਲਾਂ ਵਿੱਚ ਰਹਿ ਕੇ ਕੰਡਿਆਂ ਦੀ ਸੇਜ ਦੇ ਉੱਪਰ ਪੈ ਕੇ ਵੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਪਰਮਾਤਮਾ ਨੂੰ ਉਲਾਂਭਾ ਨਹੀਂ ਦਿੱਤਾ। ਗੁਰਬਾਣੀ ਵਿੱਚ ਆਪਾਂ ਪੜ੍ਹਦੇ ਹਾਂ, ਉਲਾਨੋ ਮੈਂ ਕਾਹੂ ਨਾ ਦਿਓ, ਮਨ ਮੀਠ ਤੁਹਾਰੋ ਕੀਓ। ਉਲਾਂਭਾ ਨਹੀਂ ਦਿੱਤਾ। ਕਹਿੰਦੇ ਉਲਾਂਭਾ ਨਹੀਂ ਦੇਣਾ। ਤੇਰਾ ਤੁਝ ਕੋ ਸੌਂਪਤੀ ਕਿਆ ਲਾਗੈ ਮੇਰਾ, ਤੇਰਾ ਸੀ ਸਭ ਕੁਝ ਤੂੰ ਲੈ ਗਿਆ, ਭਾਵੇਂ ਮੇਰੀ ਝੋਲੀ ਕੱਖ ਵੀ ਨਹੀਂ ਰਿਹਾ, ਪਰ ਮੈਂ ਤੈਨੂੰ ਉਲਾਂਭਾ ਨਹੀਂ ਦੇਣਾ। ਤਾਂ ਕਿ ਮੈਂ ਤੈਨੂੰ ਉਲਾਂਭਾ ਇਸ ਕਰਕੇ ਨਹੀਂ ਦੇਣਾ ਕਿਉਂਕਿ ਉਹ ਸਭ ਕੁਝ ਤੇਰਾ ਸੀ। ਨਾਲ ਹੀ ਫਿਰ ਗੁਰਬਾਣੀ ਵਿੱਚ ਇਹ ਵੀ ਕਹਿੰਦੇ ਨੇ, ਪਰਾਈ ਅਮਾਨ ਕਿਉਂ ਰੱਖੀ ਐ, ਦਿੱਤੇ ਹੀ ਸੁਖ ਹੋਏ। ਤੇਰੀ ਸੀ ਨਾ ਉਹ ਅਮਾਨਤ ਜਿਹੜੀ ਤੈਂ ਮੈਨੂੰ ਸੌਂਪੀ ਸੀ, ਅੱਜ ਤੂੰ ਵਾਪਸ ਲੈ ਲਈ ਤੇ ਮੈਂ ਰੋਵਾਂ ਕਿਉਂ ਰੋਵਾਂ, ਮੈਂ ਵਿਰਾਗ ਕਰਾਂ ਤੇ ਕਿਉਂ ਕਰਾਂ। ਜਿਹੜੀ ਚੀਜ਼ ਤੇਰੀ ਸੀ ਤੂੰ ਵਾਪਸ ਲੈ ਗਿਆ, ਕਹਿੰਦੇ ਮੈਂ ਤੈਨੂੰ ਉਲਾਂਭਾ ਨਹੀਂ ਦੇ ਸਕਦਾ, ਮੇਰੇ ਵਿੱਚ ਇੰਨੀ ਪਾਵਰ ਨਹੀਂ। ਸਾਫ ਜਿਹੇ ਸ਼ਬਦਾਂ ਵਿੱਚ ਇੱਕ ਸੇਧ ਦੇ ਦਿੱਤੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ। ਅਨੰਦਪੁਰ ਸਾਹਿਬ ਛੱਡ ਕੇ ਵੀ ਮਾਛੀਵਾੜੇ ਦੇ ਜੰਗਲਾਂ ਵਿੱਚ ਆ ਕੇ ਚਾਰੇ ਪੁੱਤਰਾਂ ਦੀ ਸ਼ਹੀਦੀ ਦੀ ਖਬਰ ਸੁਣ ਕੇ ਵੀ ਅੱਖ ਵਿੱਚ ਅਥਰੂ ਨਹੀਂ ਆਏ, ਮੱਥੇ ਤੇ ਸ਼ਿਕਨ ਕੋਈ ਨਹੀਂ ਹੈ। ਉੱਥੇ ਇਸ ਗੱਲ ਦਾ ਪੂਰਨਾ ਪਾ ਕੇ ਵਿਖਾ ਦਿੱਤਾ ਕਿ ਏਦੋਂ ਵੱਡਾ ਦਾਨੀ ਤੇ ਏਦੋਂ ਵੱਡਾ ਵੈਰਾਗੀ ਤੇ ਏਦੋਂ ਵੱਡਾ ਮਹਾਨ ਜਿਗਰੇ ਵਾਲਾ ਪੁਰਸ਼ ਹੋਰ ਕੋਈ ਨਹੀਂ। ਇੰਨਾ ਵੱਡਾ ਮਹਾਨ ਵਿਸ਼ਾਲ ਜਿਗਰਾ ਕਿਸੇ ਦਾ ਨਹੀਂ ਹੋ ਸਕਦਾ। ਆਪਣੀ ਇੱਕ ਚੀਜ਼ ਡਿੱਗ ਜੇ ਆਪਾਂ ਨੂੰ 10 ਦਿਨ ਝੋਰਾ ਖਾਂਦਾ ਰਹਿੰਦਾ ਹੈ। 10 ਰੁਪਏ ਕਿਸੇ ਕਿ ਨਹੀਂ ਵੱਧ ਵਗ ਜਾਣ ਜਾਂ ਜੇਬ ਵਿੱਚੋਂ ਨਿਕਲ ਕੇ ਡਿੱਗ ਜਾਣ, ਕੁਝ ਵੀ ਹੋ ਜੇ, ਇੱਥੇ ਲੋਕਾਂ ਨੂੰ ਲੱਖਾਂ ਦੇ ਘਾਟੇ ਪੈ ਜਾਂਦੇ ਨੇ, ਬੰਦੇ ਦੀ ਨੀਂਦ ਹਰਾਮ ਹੋ ਜਾਂਦੀ ਹੈ। ਉੱਥੇ ਵੇਖੋ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਕਰੋੜਾਂ ਦੀ ਜਾਇਦਾਦ ਤਿਆਗੀ ਤੇ ਕਿਸੇ ਪ੍ਰਕਾਰ ਦਾ ਉਲਾਂਭਾ ਨਹੀਂ ਦਿੱਤਾ। ਆਪਣਾ ਨਾਮ ਨਹੀਂ ਚਮਕਾਇਆ ਕਿ ਮੇਰਾ ਨਾਮ ਹੀ ਰਵੇ, ਗੋਬਿੰਦ ਗੋਬਿੰਦ ਕਰਕੇ ਮੈਨੂੰ ਸਾਰੇ ਜਪਣ ਜਾਂ ਮੇਰੀ ਮਿਸਾਲ ਜੀਵਨ ਦੀ ਦਿੱਤੀ ਜਾਵੇ। ਨਹੀਂ, ਇਹੋ ਜਿਹੀ ਕੀ ਮਨ ਦੇ ਵਿੱਚ ਵੀ ਪਰਿਭਾਸ਼ਾ ਨਹੀਂ। ਇਹੋ ਜਿਹਾ ਦਾਨੀ ਸੱਜਣ ਮਹਾਂਪੁਰਸ਼ ਮਹਾਂਬਲੀ ਉਹ ਸੂਰਾ ਸਾਨੂੰ ਕਿਤੇ ਨਹੀਂ ਲੱਭ ਸਕਦਾ। ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਆਪਾਂ ਚੱਲ ਕੇ ਝਾਤ ਮਾਰ ਲਈਏ, ਵਿਚਾਰ ਕਰ ਲਈਏ, ਕਿਤੇ ਨਹੀਂ ਮਿਲੇਗਾ। ਬੇਨਤੀ ਆਪਾਂ ਆਰੰਭ ਕੀਤੀ ਸੀ, ਚੰਗਾ ਨਾਉ ਰਖਾਏ ਕਹਿ, ਕਹਿੰਦੇ ਚੰਗਾ ਨਾਉ ਬਣਾਉਣ ਵਿੱਚ ਹੀ ਤੂੰ ਲੱਗਿਆ ਪਿਆ। ਬੰਦਾ ਲੱਗਿਆ ਨਾ ਚੰਗਾ ਨਾਉ ਬਣਾਉਣ ਵਿੱਚ। ਆਹ ਹੁਣ ਦੇਖ ਲਿਓ ਉਹਨਾਂ ਇਲੈਕਸ਼ਨ ਆ ਜਾਣਗੇ, ਕਿਵੇਂ ਇੱਕ ਦੂਜੇ ਨਾਲ ਗੱਡੀਆਂ ਲੈ ਕੇ ਇੱਕ ਦੂਜੇ ਤੋਂ ਮੂਹਰੇ ਅੱਗੇ ਦੀ ਅੱਗੇ ਹੋ ਕੇ ਬੰਦਾ ਤੁਰਿਆ ਰਹਿੰਦਾ ਹੈ, ਸਭ ਤੋਂ ਅੱਗੇ ਕਹਿੰਦਾ ਮੇਰਾ ਨਾਮ ਹੋਵੇ। ਰੈਲੀ ਵਿੱਚ ਫਰੰਟ ਤੇ ਮੇਰੀ ਫੋਟੋ ਲੱਗੇ, ਮੇਰਾ ਨਾਮ ਛਪੇ, ਪਤਾ ਲੱਗੇ ਵੀ ਫਲਾਨਾ ਸਿਉਂ ਖਲੋਇਆ ਹੈ, ਫਲਾਨੇ ਸਿਉਂ ਦਾ ਨਾਮ ਚੱਲ ਰਿਹਾ ਹੈ। ਲੱਗ ਰਿਹਾ ਬੰਦਾ ਇੱਕ ਦੂਜੇ ਤੋਂ ਮੂਹਰੇ ਹੋ ਕੇ ਚੱਲ ਰਿਹਾ। ਕਹਿੰਦੇ ਇਸ ਚੀਜ਼ ਵਿੱਚ ਪੈ ਕੇ ਤੂੰ ਮਨੋਰਥ ਨੂੰ ਵਿਛੜ ਗਿਆ, ਤੂੰ ਆਪਣੀ ਜਿਹੜੀ ਜੜ ਸੀ ਨਾ ਉਹਦੇ ਤੋਂ ਟੁੱਟ ਕੇ ਬਹਿ ਗਿਆ। ਕਹਿੰਦੇ ਤੈਨੂੰ ਇਹ ਤੋਂ ਉੱਤੇ ਕੁਝ ਵਿਖਾਈ ਨਹੀਂ ਦੇ ਰਿਹਾ। ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ। ਸਭ ਕੁਝ ਕਰਕੇ ਵੇਖ ਲਿਆ, ਸਭ ਕੁਝ ਖੰਡਾ ਲਿਆ, ਖਾ ਲਿਆ, ਪੀ ਲਿਆ, ਇਥੋਂ ਤੱਕ ਤੂੰ ਜੋ ਨਹੀਂ ਕਰਨਾ ਸੀ ਉਹ ਵੀ ਕਰਕੇ ਵੇਖ ਲਿਆ।
ਕਹਿੰਦੇ ਆਖੀਰਲੇ ਸਮੇਂ ਦੀ ਜੇ ਤੂੰ ਵੇਟ ਕਰਦਾ ਨਾ, ਉਡੀਕ ਕਰਦਾ, ਸਤਿਗੁਰੂ ਕਹਿੰਦੇ ਤੇਰਾ ਭੁਲੇਖਾ ਹੈ, ਇਹ ਭੁਲੇਖਾ ਮਨ ਵਿੱਚੋਂ ਲਾ ਦੇ, ਹਜੇ ਵੀ ਵੇਲਾ ਹੈ। ਬਚਨ ਆਪਾਂ ਪੜ੍ਹੇ ਸੀ ਨਾ, ਅਹਿਰਖਵਾਦ ਨਾ ਕੀਜੈ ਰੇ ਮਨ, ਅਹਿਰਖਵਾਦ ਨਾ ਕਰ, ਕਿਸੇ ਨਾਲ ਈਰਖਾ ਦਵੈਸ਼ ਨਾ ਰੱਖ, ਸੋ ਕ੍ਰਿਤ ਕਰ ਕਰ ਲੀਜੈ ਰੇ ਮਨ। ਆਪਣੀ ਕਿਰਤ ਜਿੰਨੀ ਕਰ ਰਹੇ ਆ, ਜਿੰਨੀ ਕਮਾਈ ਕਰ ਰਹੇ ਆ, ਜਾਂ ਤੂੰ ਨਾਮ ਦੀ ਪੂੰਜੀ ਖੱਟ ਰਿਹਾ, ਦੁਨਿਆਵੀ ਪੂੰਜੀ ਕਮਾ ਰਿਹਾ, ਕਰ ਕਰ ਲੀਜੈ ਰੇ ਮਨ, ਉਹਦਾ ਸ਼ੁਕਰਾਨਾ ਕਰ ਕਰਕੇ ਨਿਭਾਉਂਦਾ ਜਾ। ਜਿੰਨੇ ਸਵਾਸਾਂ ਦੀ ਪੂੰਜੀ ਮਾਲਕ ਨੇ ਦਿੱਤੀ, ਉਹਦੇ ਸ਼ੁਕਰਾਨੇ ਵਿੱਚ ਹੀ ਕੱਢ ਦੇ। ਇੱਕ ਬੇਨਤੀ ਕਰਦੇ ਆ, ਸ਼ੁਕਰਾਨਾ ਬੜਾ ਘੱਟ ਹੁੰਦਾ ਹੈ, ਉਲਾਂਭੇ ਬੜੇ ਜ਼ਿਆਦੇ ਨੇ। ਇੱਕ ਸੱਜਣ, ਇੱਕ ਭੈਣ ਮੈਨੂੰ ਮਿਲੀ ਤੇ ਉਹਦਾ ਇਹ ਸਵਾਲ ਸੀ, ਕਹਿੰਦੀ ਉਲਾਂਭੇ ਸਾਡੇ ਕੋਲ ਜ਼ਿਆਦੇ ਨੇ, ਕਿਤੇ ਨਾ ਕਿਤੇ ਮੈਨੂੰ ਲੱਗਿਆ ਵੀ ਉਹਦੀ ਗੱਲ ਬਿਲਕੁਲ ਸਹੀ ਵੇ। ਉਲਾਂਭੇ ਬੜੇ ਜ਼ਿਆਦੇ ਨੇ, ਸ਼ੁਕਰਾਨਾ ਬੜਾ ਘੱਟ ਹੈ। ਆਪਾਂ ਕਹਿੰਦੇ ਆ ਵਪਾਰ ਬਾਜੀ, ਆਪਾਂ ਕਹਿੰਦੇ ਆ ਅਰਦਾਸ ਕਰਵਾਤੀ, ਕੜਾਹ ਪ੍ਰਸ਼ਾਦੀ ਦੇ ਕਰਵਾਤੀ, ਆਹ ਕੰਮ ਹੋ ਜਾਏ, ਜੇ ਤੇ ਹੋ ਗਿਆ ਤਾਂ ਵੀ ਬੰਦਾ ਗੁਰੂ ਨਾਲ ਮੋਹ ਕਿਤੇ ਨਾ ਕਿਤੇ ਉਹ ਤੰਦ ਟੁੱਟ ਜਾਂਦੀ ਹੈ, ਨਾ ਹੋਇਆ ਤਾਂ ਵੀ ਕਿਤੇ ਨਾ ਕਿਤੇ ਫਰਕ ਪੈ ਜਾਂਦਾ ਹੈ। ਸੌਦੇਬਾਜ਼ੀ ਵਪਾਰਗਿਰੀ ਚੱਲ ਰਹੀ ਹੈ, ਆਪਾਂ ਵੇਖ ਰਹੇ ਹਾਂ ਦੁਨੀਆ ਦੇ ਵਿੱਚ ਸਭ ਕੁਝ ਆਪਾਂ ਆਪਣੇ ਅੱਖੀਂ ਤੱਕ ਰਹੇ ਹਾਂ। ਤਕਰੀਬਨ ਕਿਤੇ ਨਾ ਕਿਤੇ ਇਸ ਚੀਜ਼ ਦਾ ਬਿਲਕੁਲ ਵਪਾਰੀਕਰਨ ਹੁੰਦਾ ਪਿਆ ਹੈ। ਖੈਰ ਇਹ ਨਹੀਂ ਹੋਣਾ ਚਾਹੀਦਾ। ਜਿਹੜੀ ਬੇਨਤੀ ਆਪਾਂ ਕਰਨ ਜਾ ਰਹੇ ਹਾਂ, ਉਲਾਂਭੇ ਕਿਉਂ ਜ਼ਿਆਦੇ ਨੇ? ਬੰਦਾ ਕਹਿੰਦਾ ਮੈਨੂੰ ਆਹ ਕੁਝ ਨਹੀਂ ਮਿਲਿਆ, ਇੱਕ ਤੋਂ ਦੂਸਰੇ ਦੀ ਲਾਲਸਾ, ਦੂਸਰੇ ਤੋਂ ਤੀਸਰੇ ਦੀ, ਤੀਸਰੇ ਤੋਂ ਚੌਥੇ ਦੀ। ਇੱਕ ਪਦਾਰਥ ਮਿਲ ਗਿਆ, ਫਿਰ ਦੂਜੇ ਦੀ ਲਾਲਸਾ ਕਾਮਨਾ ਕਰਦਾ, ਦੂਜਾ ਮਿਲ ਗਿਆ ਤੀਸਰੇ ਦੀ। ਮੰਨ ਲਓ ਅੱਜ 10,000 ਹੈ, ਕੱਲ ਨੂੰ 20 ਮੰਗ ਰਿਹਾ, ਅੱਜ 50 ਤੇ ਕੱਲ ਨੂੰ ਲੱਖ ਦੀ ਡਿਮਾਂਡ ਕਰ ਰਿਹਾ। ਜੇ ਅੱਜ ਕੋਲੇ ਵਧੀਆ ਗੱਡੀ ਹੈ ਤਾਂ ਉਸ ਤੋਂ ਵਧੀਆ ਗੱਡੀ ਦੀ ਡਿਮਾਂਡ ਕਰ ਰਿਹਾ। ਇਸੇ ਚੱਕਰ ਦੇ ਵਿੱਚ ਜੀਵਨ ਲੰਘਦਾ ਜਾ ਰਿਹਾ ਹੈ। ਅਸਲੀ ਮਨੋਰਥ ਤੋਂ ਵਿਛੜਿਆ ਪਿਆ, ਦੂਰ ਬੈਠਾ ਹੈ ਹਜੇ। ਜੋ ਕੋਲੇ ਹੈ ਨਾ, ਉਹਦਾ ਸ਼ੁਕਰਾਨਾ ਨਹੀਂ ਹੈ। ਜੋ ਕੋਲੇ ਹੈ ਵੀ ਮੈਨੂੰ ਪਰਮਾਤਮਾ ਨੇ ਸਭ ਕੁਝ ਦਿੱਤਾ। ਇਸੇ ਗੱਲ ਦੀ ਬਾਬਤ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨਾਲ ਸੁਖਮਨੀ ਸਾਹਿਬ ਦੀ ਬਾਣੀ, ਉਹਦੇ ਵਿੱਚ ਬਹੁਤ ਪਿਆਰੇ ਤੇ ਸਵਾਰੇ, ਇੰਨੇ ਸਵਾਰੇ ਬਚਨ ਨੇ, ਆਪਾਂ ਪੜ੍ਹੀਏ ਤੇ ਮਨ ਨੂੰ ਸ਼ਾਂਤੀ ਮਿਲੇਗੀ। ਕਹਿੰਦੇ ਨੇ ਜੋ ਕੋਲੇ ਹੈ ਉਹਦਾ ਸ਼ੁਕਰਾਨਾ ਨਹੀਂ, ਜੋ ਨਹੀਂ ਹੈ ਉਹਦੇ ਵਾਸਤੇ ਭੱਜ ਦੌੜ ਜਾਰੀ ਹੈ, ਭੱਜ ਦੌੜ ਕਰਕੇ ਮੰਗਦਾ ਪਿਆ ਹੈ। ਜੋ ਕੋਲੇ ਹੈ ਉਹਦਾ ਕਦੇ ਸ਼ੁਕਰਾਨਾ ਕਰਕੇ ਨਹੀਂ ਵੇਖਿਆ। ਇਹ ਆਪਣੇ ਵਾਸਤੇ ਬਹੁਤ ਵੱਡੀ ਗਲਤ ਗੱਲ ਹੈ। ਪਰਮਾਤਮਾ ਨੇ ਦਿੱਤਾ, ਉਹਦਾ ਸ਼ੁਕਰਾਨਾ ਕਰੀਏ। ਜਿੰਨੇ ਵਿੱਚ ਹਾਂ ਉਨੇ ਨੂੰ ਖੁਸ਼ ਰੱਖੀਏ, ਆਪਣੇ ਆਪ ਨੂੰ ਖੁਸ਼ ਰੱਖੀਏ। ਤਕਰੀਬਨ ਦੂਸਰੇ ਕਿੰਨੀ ਵੇਖ ਕੇ ਦੁਖੀ ਹੋਣਾ ਹੀ ਸਭ ਤੋਂ ਵੱਡਾ ਰੋਗ ਹੈ, ਇਹ ਗੱਲ ਯਾਦ ਰੱਖਿਓ। ਆਪਣੇ ਆਪੇ ਵਿੱਚ ਰਹਿ ਕੇ ਗੁਰੂ ਤੋਂ ਮੰਗਣਾ ਹੀ ਸਭ ਤੋਂ ਵੱਡੀ ਸੇਵਾ ਹੈ। ਪਰ ਕਿਸੇ ਕਿੰਨੀ ਵੇਖ ਕੇ ਦੁਖੀ ਹੋ ਜਾਣਾ, ਬੰਦਾ ਇੰਨਾ ਆਪਣੇ ਆਪ ਤੋਂ, ਆਪਣੇ ਰੋਗ ਤੋਂ ਦੁਖੀ ਨਹੀਂ ਜਿੰਨਾ ਇਹ ਕਿਸੇ ਨੂੰ ਖੁਸ਼ੀ ਵੇਖ ਕੇ ਆਪ ਦੁਖੀ ਹੋ ਜਾਂਦਾ ਹੈ। ਬਸ ਇਹ ਗੱਲ ਦਾ ਖਾਸ ਧਿਆਨ ਰੱਖਿਓ। ਸਤਿਗੁਰੂ ਗੁਰੂ ਨਾਨਕ ਸਾਹਿਬ ਇਸੇ ਗੱਲ ਤੋਂ ਵਰਜਦੇ ਨੇ, ਕਹਿੰਦੇ ਭਾਈ ਤੇਰੇ ਮਨ ਦੇ ਵਿੱਚ ਨਾ ਪਰਮਾਤਮਾ ਲਈ ਪਿਆਰ ਹੋਵੇ, ਸਨੇਹ ਹੋਵੇ, ਆਪਣੇ ਨਾਮ ਨੂੰ ਚਮਕਾ, ਨਾਮ ਨੂੰ ਬਣਾ, ਪਰ ਕਿਸੇ ਦੇ ਗਲ ਨੂੰ ਘੋਟ ਕੇ, ਕਿਸੇ ਦੀਆਂ ਖੁਸ਼ੀਆਂ ਨੂੰ ਪੈਰਾਂ ਵਿੱਚ ਰੋਲ ਕੇ ਆਪਣੇ ਨਾਮ ਦੀ ਛਵੀ ਚਮਕਾਉਣ ਵਿੱਚ ਨਾ ਲੱਗਿਆ ਰਹੇ। ਚੰਗਾ ਨਾ ਔਰ ਖਾਏ ਕੈ ਜਸ ਕੀਰਤ ਜਗ ਲੇ, ਚੰਗਾ ਨਾ ਬਣਾਈ ਜ਼ਰੂਰ, ਜਸ ਕੀਰਤ ਵੀ ਤੂੰ ਖੱਟੀ। ਦੁਨੀਆ ਸੰਸਾਰ ਦੇ ਵਿੱਚ ਵਾਹ ਵਾਹ ਵੀ ਤੂੰ ਜਿੰਨੀ ਮਰਜ਼ੀ ਖੱਟ ਲਈ, ਕਹਿੰਦੇ ਪਰ ਪਰਮਾਤਮਾ ਤੋਂ ਟੁੱਟੀ ਨਾ, ਪਰਮਾਤਮਾ ਦੇ ਨੇੜੇ ਨੇੜੇ ਰਵੀ, ਪਰਮਾਤਮਾ ਦੇ ਸ਼ੁਕਰਾਨੇ ਵਿੱਚ ਲੱਗਿਆ ਰਹੀ। ਸਾਰੀ ਦੁਨੀਆ ਨੂੰ ਜਿੱਤ ਕੇ ਵੀ ਤੇਰੇ ਵਿੱਚ ਹੰਕਾਰ ਨਾ ਹੋਵੇ। ਕਹਿੰਦੇ ਇਹੋ ਜਿਹਾ ਤੇਰਾ ਮਹਾਨ ਤੇ ਵਿਸ਼ਾਲ ਜਿਗਰਾ ਹੋਵੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਮਿਹਰ ਕਰਨ। ਲੜੀਵਾਰ ਵਿਚਾਰ ਜੋ ਭਗਤਾ ਬਾਣੀ ਦੇ ਵਿੱਚੋਂ ਆਪਾਂ ਤਕਰੀਬਨ ਰਲ ਮਿਲ ਕਰਕੇ ਸਾਂਝੀ ਕਰਦੇ ਆ ਰਹੇ ਹਾਂ। ਸੋ ਅੱਜ ਦੀ ਜਿਹੜੀ ਵਿਚਾਰਧਾਰਾ ਹੈ, ਸ਼ਬਦ ਹੈ, ਕੁਝ ਇਸ ਪ੍ਰਕਾਰ ਦਾ ਹੀ ਹੈ, ਇਸ ਪ੍ਰਕਾਰ ਨਾਲ ਹੀ ਉਹ ਸੰਬੰਧ ਰੱਖਦਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਆਪ ਹੀ ਵਿੱਚ ਬਰਤਨ ਵਿੱਚ ਵਰਤ ਕੇ ਵਿਚਾਰ ਕਰਵਾਉਣ। ਸਤਿਗੁਰੂ ਜੀ ਮਿਹਰ ਕਰਨ। ਆਸਾ
12 बरस बालपन बीते, 20 बरस कछ तप ना कियो। इत्थे ना शब्द की आरंभता हुंदी है, विचारधारा की आरंभता हुंदी है। भगत कबीर जी शब्द के आरंभ विच ही एक ऐसी मनुखी मन नूं चोट दे रहे हैं। कहते ने बंदे दे मन नूं जे उहदे मन ते चोट कर दित्ती जावे, कई बारी वो करी हुई चोट कहते सही साबित हो जाती है। जे टीचर एक बच्चे के मन नूं झंझोड़ दे, उन्होंने कहते तू नलायक है, जे उही गल उहदे मन नूं लग गई, छू गई, तो बच्चा वो मेहनत करके असल मुकाम ते एक ना दिन पहुंच ही जाता है। जे किते मन ती ना लावे फिर गल कुछ होर है। मन ते सट मारनी, कहते सट नूं सह के कुठाली विच ढल के सिउने का रूप होके बाहर आ जाना बहुत वड्डी गल है। भगत कबीर जी ना मनुखी मन ते चोट दे रहे ने। 12 बरस बालपन बीते, 12 बरस बीत गए। बड़े डुंगाई वाले शब्द ने। 12 बरस कहने ने। हुण एक तां बच्चे का जो जन्म हो गया, हुण जन्म तो गल शुरू करते हैं। जन्म हो गया, कहते जन्म तो लैके पहले जिहड़े 12 साल सी, वो 12 साल कहते बालपन विच ही बीत गए। 20 बरस कछ तप ना कियो, पहले 12 साल बालपन विच बीत के खेडण कुदण की उम्र विच लंघ गए। 20 साल विच होर पै गए। वो कहते जवानी की इन्हें शौहरत फोकी, बौरत दे विच इन्हें गवा दिते। अपने आप नूं एक सैटिस्फाई नहीं किया, केवल इन्ने इत्थे तक इन्हें कदे सोचिया ही नहीं भी मेरा अगे हशर की होना है, मेरा आउण वाला समा किहो जिहा होना है। कहते जिन्ना सी जिथे सी बस अपने आप नूं हंकार विच ही लैके तुरदा फिरदा रहा। 12 बरस पहले बतीत करते, 20 नाल होर जोड़ लिए, कहते ने 32 साल जिंदगी का एक दहाका जिहड़ा है वो लंघ चुकिया है। 20 बरस तप ना कियो। तप का अर्थ है भाव इन्हें कदे बंदगी करने बारे विचारिया ही नहीं। परमात्मा नूं जपण दे लई, परमात्मा दे लई टाइम कदे कढ़ना इन्हें मुनासिब ही नहीं समझिया। वड्डी गल है ना। आपां आम ही अपने घरां विच वेखदे हां कि अपने बच्चे अपने न्याणे किहो जिहे हुंदे ने। 12 साल उंज लंघ जांदे ने, कोई सोच नहीं पैंदी। ये उन्हां दी गल है जिहड़े अपनी जिम्मेवारी तो भज जांदे ने, जिम्मेवारी नूं निभाउंदे नहीं। जिन्हां दे माँ प्यो आप नितनेम करदे ने, उन्हां दे बच्चे भी करदे होणगे। जिहड़े आप गुरबाणी नाल जुड़दे ने, उन्हां दे बच्चे भी गुरबाणी नाल जुड़ जांदे ने। जिहड़े आप ही जाके पब्बां क्लब्बां विच डेरे लाउंदे ने, ते उन्हां दे बच्चिआं ने कित्थों फिर सुखमनी साहिब दे 108 पाठ करने होए। ये गल सानूं बखूबी समझ लेनी चाहिए कि सतगुरु धन गुरु ग्रंथ साहिब की बाणी किस कदर सानूं समझा रही है, एक सिक्ख्या दे रहे ने। सतगुरु जबरन नहीं कह रहे भी तू आ, तू कर, तू पाठ कर, तेरे ते कंडीशन लागू कर दित्ती। सतगुरु कहते ने मन मनदा ते कर, नहीं मनदा भाई तेरी मर्जी, अखीर भोगना ते तैनूं ही पैना है। तेरा मन है ना जिहड़ा, उहदे उत्ते एक चोट दे के भगत कबीर जी ने एक समझाया है। कहते भलिया तू तप करन दे लई, तप तो भाव इत्थे ये नहीं भी इत्थे चौंकड़ा मार के जंगलां विच जाके घर बार नूं त्याग के उत्थे जल धारे करदा फिरे, भी वो तप है नहीं। इस गल का ना गुरबाणी ने, गुरु नानक साहब ने खंडन किया है। खावंदियां हसंदियां पहनंदियां बिचे होवे मुक्त। बच्चियां विच रह के घर दीआं जिम्मेवारियां नूं निभाउंदे होए, अपनियां कबीलदारियां विच निपुणता ही दिखाउंदे होए, अपने घर परिवार विच रहिंदे होए, बच्चियां दा पालन पलोसण करदे होए परमात्मा नाल जुड़े रहना किते सब तो वड्डी बंदगी है। उहदे वर्गा कोई तप नहीं है। उहदे वर्गा किसी प्रकार का दुनिया ते कोई जल धारा नहीं, कोई पुट्ठे लड़क के उहदे बराबर कोई बंदगी नहीं है। कहते वो सब तो वड्डी एक भगती है जे तू परमात्मा नाल जुड़े है। घर विच रह के घर दीआं जिम्मेवारियां नूं निभा रहे हैं, कहते परमात्मा नाल भी जुड़े है, तेरे वर्गा कोई ब्रह्म ज्ञानी नहीं है। गुरबाणी ने एक कली कली गल का ना
ठोस जवाब दिता है। असीं की पुछना चाहांगे, धन गुरु ग्रंथ साहब तो हर एक गल का जवाब देणगे। भगत कबीर जी कहते ने 30 बरस कछ देव न पूजा, फिर पछताना बिरद पयो। कहते 30 साल विच होर ऐड हो गए, देव ना पूजा, इन्हें किसी प्रकार की कोई पूजा नहीं की, फिर पछताना बिरद भयो। कहते हुण शरीर बिरद हो गया, हुण बिरद बाणे विच आ गया, हुण ऐसी अवस्था विच आ गया जिथे नज़रां नूं कुछ साफ नहीं दिस रहा, अखां भी चुंधियाईयां जा रही ने, शरीर विच बल नहीं रहा, शरीर फिरदा ते है पर निबल हो गया। कहते हथ तो अपने तो पानी का गुलास चुक के पीण तो भी मुथाज हो गया। गुरबाणी ने इत्थे धन गुरु ग्रंथ साहब की बाणी पढ़ांगे, इत्थे बहुत वड्डा प्रमाण दिता गया है। कदे बाणी नूं पढ़ीए ना, नैनो नीर बह तन खीना, भये केस दुध वानी। नैना दे विचों नीर डिग पिया, जिहड़ी निगाह कहते 2 कोह तो किसी नूं पछाण लैंदी सी, अज उहदे विच इन्नी ताकत नहीं रही कि सामने कोले आया बंदा भी चज नाल विखाई देण दे बाद भी आपां नूं पछाण नहीं रहे। अखां ने साथ छड्ड दिता। नैनो नीर बह तन खीना, नैना दे विचों नीर वग रिहा, बिना किसी गल तो ही अखां विचों पानी डिग रिहा। भये केस दुध वानी, दुध की तरह केस भी चिट्टे हो गए, चिट्टे हो गए ना। कहते ने काले केसां की कदर ज्यादा ते चिट्टियां की बहुत घट हो जाती है, आम जी कहावत है। भये केस दुध वानी, दुध की न्याई, केस भी चिट्टे हो गए। इत्थे धन गुरु ग्रंथ साहब ने ना बुढ़ेपे की एक अखीरली अवस्था की ना एक ऐ तस्वीर खिंच के पेंटिंग बना के ना साडे सामने रखी है भी इहो जिहा समा आउण वाला है, तू याद रख भी इहो जी स्थिति होवेगी तेरी। नैनो नीर बह तन खीना, भये केस दुध वानी, रुदा कंठ शब्द नहीं उचरै, अब क्या करे परानी। जिहड़ा गला ना बड़ी उच्ची आवाज दे के कूकदा सी, उच्ची आवाज दे के ये सौंग गाउंदा सी, गीत गाउंदा सी, गुण गणाउंदा सी, अज वो गला भी साथ नहीं दे रहा। रुदा कंठ, रुदा का बुढ़ा हो गया, गला ना बुढ़ा हो गया, हुण इहदे विचों आवाज नहीं निकलदी। रुदा कंठ शब्द नहीं उचरै, हुण शब्द नहीं निकलदे इहदे विचों, हुण ते अपनी निकली हुई आवाज भी कन्ना तक नहीं पहुंचती, इहो जी अवस्था बन गई। रुदा कंठ शब्द नहीं उचरै, अब क्या करे परानी। हुण दस की करेगा, सवाल दे दिता ना, अवस्था भी जिक्र कर दी ते क्वेश्चन भी दे दिता ते उत्तर भी आप ही नाल ही बयान कर दिता, ते इतों वड्डा कहते होर तैनूं फलसफा की समझाइए। रुदा कंठ शब्द नहीं उचरै, अब क्या करे परानी। हुण की करेगा ऐ प्राणिया, ऐ सज्जना, ऐ मित्रा, हुण तेरा हाल किहो जिहा हो गया। कहते जिहड़ा हाल तेरा तू जवानी वेले छालां मारियां, एक थां तो दूजी थां जाण लगे अख दे फुरने विच तू पहुंच जांदा सी, अज कहते 2 कदम भी तुरना होवे ते आखिर तैनूं 10 वारी सोचना पएगा किते शरीर लड़ खड़ा के डिग ना पए। इहो जी अवस्था हो जाएगी तेरी। हुण दस फिर हुण तेरा बेली कौन है जिहड़ा तेरे नाल तस्वीरां खिचाउंदे सी, तेरे नाल आण के महफिलां सजाउंदे सी, तेरे नाल आण के बड़ियां ओ रंग ललियां मनाउंदे सी, आखिर तेरे नाल आके इन्ना ज़्यादा वो तैनूं वहम पाउंदे सी असीं तेरे नाल आ, तेरे अंतले समय तक नाल जावांगे। कहते ओ तेरे सज्जण मित्र कित्थे ने? कोई नहीं आउंदा, किसी ने नाल नहीं खलोना। कहते कल्ला आया सी, कल्ला ही जाएगा, अखीरला बुढ़ेपे वाला समा भी कहते कल्ले नूं ही कढ़ना पैना है। एक बिरद बाणा सी ना, जिहड़ा बिरद अवस्था सी, उहदा साफ जिहा जिक्र कीता गुरु ग्रंथ साहब सच्चे पातशाह की बाणी ने। भगत कबीर जी ना उसे चीज़ का जिक्र कर रहे हैं। 30 परछ कछ देव न पूजा, फिर पछताना बिरद पयो। शरीर बिरद हो गया, हुण नहीं ये वो बल विच रहा जिहड़े बल दे नाल कहंदे ये बौड़ियां वड्डियां विशाल जंगां भी जित गया, जिहड़े शरीर दे नाल इहने बड़े वड्डे वड्डे कारज कर लए। हुण शरीर दे विचों बल नहीं रहा, किने आखिरकार दहाका जिंदगी दा इन्हां ने इदां ही कढ दिता।
ਨਿਕਲ ਗਿਆ ਨਾ, ਪੂਰਾ ਦਹਾਕਾ ਜ਼ਿੰਦਗੀ ਦਾ ਇਸੇ ਤਰ੍ਹਾਂ ਬਤੀਤ ਹੋ ਗਿਆ। ਉਹਦੇ ਵਿੱਚ ਕਿਸੇ ਪ੍ਰਕਾਰ ਦੀ ਨਾ ਕੋਈ ਦੋ ਰਾਹਾਂ ਵਾਲੀ ਗੱਲ ਨਹੀਂ ਰਹੀ। ਪਰਮਾਤਮਾ ਤੋਂ ਵਿਛੜਿਆ ਰਿਹਾ, ਪਰਮਾਤਮਾ ਤੋਂ ਟੁੱਟਿਆ ਰਿਹਾ, ਕਦੇ ਪਰਮਾਤਮਾ ਨੂੰ ਧਿਆਉਣ ਬਾਰੇ ਨੇ ਸੋਚਿਆ ਹੀ ਨਹੀਂ। ਭਗਤ ਕਬੀਰ ਜੀ ਨੇ ਇਸੇ ਗੱਲ ਦੀ ਇੱਕ ਬਹੁਤ ਵੱਡੀ ਮਿਸਾਲ ਦਿੱਤੀ ਹੈ। 30 ਬਰਛ ਕਛ ਦੇਵ ਨਾ ਪੂਜਾ, ਫਿਰ ਪਛਤਾਨਾ ਬਿਰਧ ਭਇਓ। ਫਿਰ ਪਛਤਾ ਰਿਹਾ, ਬਿਰਧ ਹੋ ਗਿਆ ਸਰੀਰ। ਇਹ ਕਹਿੰਦਾ ਵੀ ਕਾਸ਼ ਮੇਰਾ ਬਚਪਨ ਵਾਪਸ ਆ ਜਾਏ, ਕਾਸ਼ ਮੇਰੀ ਜਵਾਨੀ ਵਾਪਸ ਆ ਜਾਏ ਤਾਂ ਮੈਂ ਪਰਮਾਤਮਾ ਨੂੰ ਧਿਆ ਲਾਂ। ਕਹਿੰਦੇ ਫੇਰ ਜ਼ਿੰਦਗੀ ਵਿੱਚ ਰਿਵਾਈਂਡ ਨਹੀਂ ਹੈ, ਫਿਰ ਜ਼ਿੰਦਗੀ ਵਿੱਚ ਤੂੰ ਵਾਪਸ ਨਹੀਂ ਪਰਤ ਸਕੇਗਾ, ਐਸਾ ਤੇਰੇ ਕੋਲੇ ਸਮਾਂ ਨਹੀਂ ਬਣੇਗਾ, ਤੇਰਾ ਸਰੀਰ ਤੈਨੂੰ ਆਪਣੇ ਆਪ ਨੂੰ ਸਾਥ ਨਹੀਂ ਦੇਗਾ। ਭਲਿਆ ਹੁਣ ਵੇਲਾ ਹੈ, ਹੁਣ ਵਿਚਾਰ ਲੈ, ਹੁਣ ਜੋ ਤੂੰ ਕਰ ਸਕਦਾ ਕਰ ਸਕਦਾ, ਪਰ ਇਦੋਂ ਬਾਅਦ ਤੇਰੇ ਕੋਲੇ ਸਮਾਂ ਨਹੀਂ। ਮੈਂ ਬੇਨਤੀ ਕਰਦਿਆਂ ਬਹੁਤ ਸਾਲ ਹੋ ਗਏ, ਉਦੋਂ ਇੱਕ ਬਜ਼ੁਰਗ ਮਿਲਿਆ, ਤਕਰੀਬਨ ਮੈਂ ਇੱਕ ਛੋਟੀ ਜਿਹੀ ਬੇਨਤੀ ਕਰਕੇ ਆਪਾਂ ਅੱਗੇ ਚੱਲਾਂਗੇ। ਤੇ ਉਹ ਜਿਹੜਾ ਬਜ਼ੁਰਗ ਸੀ ਉਹਨੂੰ ਬੇਨਤੀ ਕੀਤੀ ਕਿ ਤੁਹਾਡਾ ਬਹੁਤ ਸਮਾਂ ਜਿਹੜਾ ਦਹਾਕਾ ਜ਼ਿੰਦਗੀ ਦਾ ਨਿਕਲ ਗਿਆ, ਤੁਸੀਂ ਹੁਣ ਆਪਣੇ ਆਪ ਨੂੰ ਗੁਰਬਾਣੀ ਨਾਲ ਜੋੜ ਲਓ, ਗੁਰਬਾਣੀ ਪੜ੍ਹਿਆ ਕਰੋ, ਨਹੀਂ ਪੜ੍ਹ ਸਕਦੇ ਗੁਰਬਾਣੀ ਸੁਣਿਆ ਕਰੋ। ਤਕਰੀਬਨ ਮੇਰੇ ਖਿਆਲ 'ਚ ਉਹਨਾਂ ਦੀ ਉਮਰ ਵੀ ਕੋਈ ਇੰਨੀ ਖਾਸ ਨਹੀਂ ਸੀ, ਬਹੁਤ ਸਾਲਾਂ ਦੀ ਗੱਲ ਹੋ ਗਈ। ਉਹਨਾਂ ਦਾ ਜਵਾਬ ਪਤਾ ਕੀ ਸੀ ਕਿ ਬੜੀ ਉਮਰ ਪਈ ਹੈ, ਇਹ ਬੜਾ ਵੱਡਾ ਅਜੇ ਜੀਵਨ ਪਿਆ, ਕਦੇ ਅੱਗੇ ਜਾ ਕੇ ਦੇਖਾਂਗੇ ਜਦੋਂ ਮੰਜੇ ਤੇ ਬੈਠ ਗਏ। ਆਪਾਂ ਗੱਲ ਸੁਣੀ ਤੇ ਉਸ ਗੱਲ ਨੂੰ ਮੈਂ ਸੋਚਿਆ ਵਿਚਾਰਿਆ ਕਿ ਤਕਰੀਬਨ ਆਪਾਂ ਆਸ ਲਾ ਕੇ ਬੈਠੇ ਆ ਵੀ ਜੀਵਨ ਬਹੁਤ ਪਿਆ, ਹਮ ਆਦਮੀ ਹਾਂ ਇੱਕਦਮੀ, ਮੋਹਲਤ ਮੋਹਤ ਨਾ ਜਾਣਾ, ਗੁਰਬਾਣੀ ਤੇ ਇਹ ਕਹਿੰਦੀ ਹੈ। ਬੰਦਾ ਆਸ ਲਾ ਕੇ ਬੈਠਾ ਵੀ ਮੈਂ 100 ਸਾਲ ਜੀਊਂਗਾ, ਹੋ ਸਕਦਾ ਵੀ 100 ਸਾਲ ਤੋਂ ਵੱਧ ਵੀ ਇਹਨੇ ਆਸ ਲਾ ਕੇ ਰੱਖੀ ਹੋਵੇ, ਹੋ ਸਕਦਾ ਇਹਨੇ ਕਦੇ ਮਰਨ ਦਾ ਇਹਨੂੰ ਚੇਤਾ ਆਇਆ ਹੀ ਨਾ ਹੋਵੇ। ਬੰਦਾ ਆਸ ਲਾ ਕੇ ਬੈਠਾ ਹੈ, ਪਰ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਕਿਸੇ ਪ੍ਰਕਾਰ ਦਾ, ਇਹਦਾ ਕਿਸੇ ਪ੍ਰਕਾਰ ਦਾ ਕੋਈ ਸਰਟੀਫਿਕੇਟ ਹੀ ਨਹੀਂ ਹੈ ਵੀ ਕਿੰਨੇ ਸਾਲ ਜਿਉਣਾ, ਕਿੰਨੇ ਸਾਲ ਨਹੀਂ ਜਿਉਣਾ। ਕਿਸਾਨੀ ਅੰਦੋਲਨ ਚੱਲ ਰਿਹਾ ਨਾ ਦਿੱਲੀ ਦੇ ਵਿੱਚ, ਬੜੀ ਵੱਡੀ ਮਾਤਰਾ ਦੇ ਵਿੱਚ ਉੱਥੇ ਸੰਗਤਾਂ ਸੇਵਾ ਕਰ ਰਹੀਆਂ ਨੇ। ਆਏ ਦਿਨ ਉੱਥੋਂ ਕਿਸੇ ਨਾ ਕਿਸੇ ਰੂਪ ਦੇ ਵਿੱਚ, ਕਿਸੇ ਨਾ ਕਿਸੇ ਉਮਰ ਦੇ ਵਿੱਚ, ਕਿਸੇ ਨਾ ਕਿਸੇ ਦਾ ਪੁੱਤ, ਕਿਸੇ ਦਾ ਧੀ, ਕਿਸੇ ਦਾ ਕੁਝ ਵੀ ਰਿਸ਼ਤੇਦਾਰ, ਕੋਈ ਨਾ ਕੋਈ ਉੱਥੋਂ ਸ਼ਹੀਦ ਹੋ ਕੇ ਆਪਾਂ ਨੂੰ ਖਬਰ ਸੁਣਨ ਨੂੰ ਮਿਲਦੀ ਹੈ। ਭਰੋਸਾ ਹੈ ਕਿਸੇ ਜ਼ਿੰਦਗੀ ਦਾ? ਕਿਸੇ ਦਾ ਕੋਈ ਭਰੋਸਾ ਨਹੀਂ, ਆਪਣਾ ਭਰੋਸਾ ਨਹੀਂ। ਆਪਾਂ ਇੱਥੇ ਬੈਠੇ ਹਾਂ, ਕੀ ਪਤਾ ਅੱਜ ਦੀਵਾਨ ਸੁਣ ਰਹੇ ਹਾਂ, ਕੱਲ ਨੂੰ ਮੌਕਾ ਹੀ ਨਾ ਮਿਲੇ। ਅੱਜ ਹਾਜ਼ਰੀ ਮੈਂ ਭਰ ਰਿਹਾ, ਕੀ ਪਤਾ ਕੱਲ ਨੂੰ ਇਹ ਮੌਕਾ ਹੀ ਨਾ ਮਿਲੇ। ਇੱਕ ਮਿੰਟ ਦਾ, ਇੱਕ ਪਲ ਦਾ, ਇੱਕ ਸੈਕਿੰਡ ਦਾ, ਅੱਖ ਦੇ ਫੁਰਨੇ ਜਿੰਨੇ ਦਾ, ਇੱਥੇ ਕਿਸੇ ਪ੍ਰਕਾਰ ਦਾ ਕਿਸੇ ਦੀ ਕੋਈ ਗਰੰਟੀ ਨਹੀਂ ਹੈ। ਸਤਿਗੁਰੂ ਕਹਿੰਦੇ ਨੇ ਫਿਰ ਤੂੰ ਕਿਵੇਂ ਆਸ ਲਾ ਕੇ ਬੈਠ ਗਿਆ ਕਿ ਮੈਂ ਇੰਨੇ ਸਾਲ ਜਿਉਣਾ, ਮੈਂ ਬੁਢੇਪੇ ਵਿੱਚ ਹੀ ਸਭ ਕੁਝ ਕਰ ਲੂੰਗਾ, ਹੁਣ ਮੈਨੂੰ ਲੋੜ ਨਹੀਂ ਹੈ। ਕਹਿੰਦੇ ਇਹ ਤੇਰਾ ਭੁਲੇਖਾ ਹੈ, ਭੁਲੇਖਾ ਕੱਢ ਦੇ। ਭਗਤ ਕਬੀਰ ਜੀ ਨਾ ਇਸੇ ਸ਼ਬਦ ਦੇ ਵਿੱਚ ਬਹੁਤ ਵੱਡਾ ਗਿਆਨ ਦੇ ਰਹੇ ਨੇ। ਮੇਰੀ ਮੇਰੀ ਕਰਤੇ ਜਨਮ ਗਇਓ, ਮੇਰੀ ਮੇਰੀ ਵਿੱਚ ਹੀ ਜਨਮ ਬਤੀਤ ਹੋ ਗਿਆ। ਆ ਵੀ ਮੇਰਾ, ਉਹ ਵੀ ਮੇਰਾ, ਹੰਬੜੇ ਮਾਰ ਰਿਹਾ, ਅੱਜ ਮੇਰੇ ਕੋਲੇ ਆ ਵੀ, ਕੱਲ ਨੂੰ ਉਹ ਵੀ ਹੋਵੇ। ਜੇ ਗਵਾਂਢੀ ਨੇ ਕੋਠੀ ਪਾ ਲਈ ਤਾਂ ਮੈਂ ਉਹ ਤੋਂ ਵੀ 2 ਮੰਜ਼ਲੀ ਉੱਚੀ ਕੋਠੀ ਪਾਵਾਂਗਾ। ਜੇ ਇਹਦੇ ਕੋਲੇ 8 ਲੱਖ ਦੀ ਗੱਡੀ ਹੈ ਤਾਂ ਮੈਂ 12 ਲੱਖ ਦੀ ਲਿਆ ਕੇ ਖੜਾਵਾਂਗਾ। ਜੇ ਇਹਦੇ ਬੱਚੇ ਕਿਸੇ ਵਧੀਆ ਸਕੂਲ ਵਿੱਚ ਪੜ੍ਹ ਰਹੇ ਨੇ ਤਾਂ ਮੈਂ ਉਦੋਂ ਵੀ ਟੌਪ ਦੇ ਸਕੂਲ ਵਿੱਚ ਪੜ੍ਹਾਵਾਂਗਾ। ਆਖਰ ਬੰਦਾ ਇਹ ਭੱਜ ਦੌੜ ਵਿੱਚ ਹੀ ਲੱਗਿਆ ਰਹਿੰਦਾ, ਆਪਣੇ ਆਪ ਵੱਲ ਨਹੀਂ ਝਾਤ ਮਾਰੀ, ਉੱਥੇ ਤਕਰੀਬਨ ਦੂਜੇ ਵੱਲ ਵੇਖ ਰਿਹਾ, ਦੁਖੀ ਹੋ ਰਿਹਾ ਵੀ ਇਹਦਾ ਕਿਉਂ ਹੋ ਗਿਆ, ਮੇਰਾ ਵੀ ਹੋਣਾ ਚਾਹੀਦਾ, ਮੈਨੂੰ ਭਾਵੇਂ ਕਰਜ਼ਾ ਚੁੱਕ ਕੇ ਕਰਨਾ ਪਵੇ ਮੈਂ ਕਰੂੰਗਾ ਜ਼ਰੂਰ। ਬਸ ਇਹ ਗੱਲਾਂ ਦੀ ਸਾਡੇ ਵਿੱਚ ਨਾ ਈਗੋ ਚੱਲੀ ਹੋਈ ਹੈ। ਬਸ ਬੰਦਾ ਇੱਕ ਦੂਜੇ ਤੋਂ ਭੱਜ ਦੌੜ ਵਿੱਚ ਚੱਲ ਰਿਹਾ, ਮੈਂ ਪਿੱਛੇ ਨਾ ਰਹਿ ਜਾ, ਮੇਰਾ ਕਿਤੇ ਮੈਨੂੰ ਲੋਕ ਕਹਿ ਨਾ ਦੇਣ ਵੀ ਫਲਾਨਾ ਸਿਓ ਐਂ ਕਰਦਾ, ਮੇਰੇ ਸਾਹਮਣੇ ਕਿਸੇ ਦੀ ਵਡਿਆਈ ਨਾ ਹੋ ਜੇ, ਇਹ ਗੱਲੋਂ ਡਰਦਾ ਹੈ। ਇਹ ਗੱਲੋਂ ਇਹ ਆਪਣੇ ਆਪੇ ਤੋਂ ਡਰ ਰਿਹਾ ਵੀ ਮੇਰੇ ਸਾਹਮਣੇ ਕਿਸੇ ਦੀ ਕੋਈ ਤਾਰੀਫ ਕਰੇ। ਇਹ ਕਿਸੇ ਦੀ ਤਾਰੀਫ ਸੁਣਨ ਲਈ ਤਿਆਰ ਨਹੀਂ। ਆਪਣੀ ਤਾਰੀਫ ਭਾਵੇਂ 24 ਘੰਟੇ ਦੇ ਕੋਲੇ ਕਰੀ ਚੱਲ, ਇਹ ਥੱਕਦਾ ਨਹੀਂ, ਇਹ ਅੱਕਦਾ ਨਹੀਂ। ਜੇ ਕਿਸੇ ਨੇ ਮਾੜੀ ਜੀ ਕੋਈ ਇਹਦੇ ਖਿਲਾਫ ਗੱਲ ਕਰਦੀ, ਇਹਦੇ ਕੰਨ ਸੁਣਨ ਲਈ ਵੀ ਤਿਆਰ ਨਹੀਂ ਹਨ। ਇਹੋ ਜਿਹੀ ਮਨੁੱਖ ਦੀ ਬਿਰਤੀ ਹੋ ਗਈ। ਮੇਰੀ ਮੇਰੀ ਵਿੱਚ ਜੀਵਨ ਬਤੀਤ ਕਰਦਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੋਰ ਇੱਕ ਬਚਨ ਕਹਿੰਦੀ ਹੈ, ਕਦੇ ਪੜ੍ਹੀਏ। ਸਾਡਾ ਤਾਂ ਕੰਮ ਹੀ ਇਹ ਆ, ਅਸੀਂ ਗੁਰਬਾਣੀ ਇੰਨੀ ਸਾਡੇ ਯਾਦ ਹੋ ਜਾਂਦੀ ਆ, ਕੰਠ ਹੋ ਜਾਂਦੀ ਆ।